20 ਦੀ ਰੋਟੀ 30 ਦਾ ਨਾਨ, ਤੰਦੂਰ ਹੈ ਮੇਰਾ ਇੰਤਖਾਬੀ ਨਿਸ਼ਾਨ। ਕੀ ਕਹਿੰਦੇ ਹੋ ਜੀ ਇਹਦੇ ਬਾਰੇ? ਬਿਸਮਿल्लाहिर्रहमानिर्रहीम इय्याका नअबुदु व इय्याका नस्तईन। सर ਤੁਸੀਂ ਗੱਲ ਹੀ ਹੋਰ ਛੇੜ ਲਈ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਸ਼ੁਰੂ ਇੱਥੋਂ ਹੀ ਕਰ ਦਿਓਗੇ। ਉਹ ਸਰ ਇਹ ਮੇਰੇ ਅੱਲਾ ਦੇ ਫੈਸਲੇ ਨੇ। ਮੇਰੇ ਅੱਲਾਹ ਤਾਲਾ ਨੇ ਇੱਜ਼ਤ ਜ਼ਿਲਤ ਜ਼ਿੰਦਗੀ ਮੌਤ ਰਿਜ਼ਕ ਜਿਹੜਾ ਹੈ ਨਾ ਉਹ ਆਪਣੇ ਕੋਲ ਰੱਖਿਆ ਹੈ। ਇਹ ਮੇਰੇ ਅੱਲਾ ਦਾ ਬੜਾ ਵੱਡਾ ਜਿਹੜਾ ਹੈ ਨਾ ਇਹਸਾਨ ਇਸ ਕੌਮ 'ਤੇ ਕਿ ਸ਼ੁਕਰ ਹੈ ਉਹਨੇ ਆਪਣੇ ਕੋਲ ਰੱਖਿਆ ਹੈ। ਜੇ ਖੁਦਾ ਨਾ ਖਾਸਤਾ ਇਹ ਚੀਜ਼ ਵੀ ਅਗਰ ਇਹਨਾਂ ਦੇ ਵੱਸ 'ਚ ਹੁੰਦੀ ਤੇ ਹੁਣ ਤੱਕ ਅਸੀਂ ਮਰ ਗਏ ਹੁੰਦੇ, ਹੁਣ ਤੱਕ ਅਸੀਂ ਜ਼ਿੰਦਾ ਨਾ ਹੁੰਦੇ। ਇਹ ਅੱਲਾ ਦਾ ਈਮਾਨ ਹੈ ਕਿ ਅੱਲਾਹ ਤਾਲਾ ਨੇ ਸਾਨੂੰ ਈਮਾਨ 'ਤੇ ਰਹਿਣ ਦੀ ਬੜੀ ਹਦਾਇਤ ਕੀਤੀ, ਲੇਕਿਨ ਇਸ ਉਮਤ ਮੁਸਲਮਾਨ ਦਾ ਜ਼ਿੰਦਗੀ ਦੇ ਵਿੱਚ ਕਦੀ ਈਮਾਨ ਡਿਸਕਸ ਹੀ ਨਹੀਂ ਹੋਇਆ, ਕਿਉਂਕਿ ਇਹ ਉਮਤ ਸੁਣਦੀ ਹੁੰਦੀ ਸੀ ਸਭ ਤੋਂ ਜ਼ਿਆਦਾ ਕਿਸੇ ਸਿਆਸੀ ਲੀਡਰ ਨੂੰ, ਤੇ ਸਿਆਸੀ ਲੀਡਰ ਨੂੰ ਮੁੱਲਾਇਜ਼ਮ ਤੋਂ ਵੀ ਜ਼ਿਆਦਾ ਸੁਣਿਆ ਜਾਂਦਾ ਇਸ ਮੁਲਕ ਦੇ ਵਿੱਚ। ਬਿਲਕੁਲ ਇਸ ਤਰ੍ਹਾਂ ਹੀ। ਅਗਰ ਕੋਈ ਤੁਹਾਨੂੰ ਦੀਨ ਸੁਣਾ ਰਿਹਾ ਮਸਜਿਦ 'ਚ ਬੈਠਾ, ਉੱਥੇ ਰਸ਼ ਘੱਟ ਹੋਏਗਾ, ਜਿੱਥੇ ਮਜਮਾ ਹੋਏਗਾ ਸਿਆਸਤ ਦਾ ਉੱਥੇ ਲੋਕ ਜ਼ਿਆਦਾ ਹੋਣਗੇ। ਹੁਣ ਜਦੋਂ ਜ਼ਿਆਦਾ ਹੁੰਦੇ ਤੇ ਜਵਾਨ ਹੁੰਦੇ ਸਾਡੇ ਵਰਗੇ ਖਾਨ ਨਾਲ ਜੁੜਦੇ ਗਏ, ਤੇ ਖਾਨ ਸਾਡੀ ਪਰਵਰਿਸ਼ ਕਰਦਾ ਰਿਹਾ ਬਵਕਤ ਜ਼ਰੂਰਤ, ਜੋ ਸਾਨੂੰ ਚਾਹੀਦਾ ਸੀ ਉਹ ਸਾਨੂੰ ਦਿੰਦਾ ਰਿਹਾ। ਉਸ ਪਰਵਰਿਸ਼ ਨੇ ਸਾਡੇ ਵਿੱਚ ਆ ਕੇ ਇੱਕ ਈਮਾਨ ਨੂੰ ਪੁਖਤਾ ਕਰ ਦਿੱਤਾ, ਜਿਹੜਾ ਇਮਰਾਨ ਖਾਨ ਨੇ ਆਪਣੇ ਸਟੇਜ ਤੇ ਖਲੋ ਕੇ ਇਯ्याका नअबुदु व इय्याका नस्तईन ਦਾ ਵਿਰਦ ਸ਼ੁਰੂ ਕੀਤਾ। ਕੋਈ 20 ਸਾਲ ਤੋਂ, ਕੋਈ 26 ਸਾਲ ਤੋਂ, ਕੋਈ 18 ਸਾਲ ਤੋਂ, ਕੋਈ 10 ਸਾਲ ਤੋਂ, ਕੋਈ 2 ਸਾਲ ਤੋਂ, ਕੋਈ 100 ਸਾਲ ਤੋਂ ਜਿਹੜਾ ਇਸ ਵਿਰਦ ਤੇ ਲੱਗਾ ਹੈ ਨਾ, ਉਹਦਾ ਮਤਲਬ ਹੈ ਕਿ ਅੱਲਾ ਤੇਰੀ ਇਬਾਦਤ ਕਰਤੇ हैं और तुझसे मदद मांगते हैं। ਜਦੋਂ ਤੁਹਾਡਾ ਈਮਾਨ ਇਸ ਗੱਲ ਤੇ ਆ ਜਾਂਦਾ ਨਾ, ਫਿਰ ਤੁਹਾਡੇ ਅੱਗੇ ਜ਼ਿੰਦਗੀ 'ਚ ਜਿੱਡਾ ਮਰਜ਼ੀ ਵੀ ਪਹਾੜ ਹੋਵੇ ਤੁਸੀਂ ਉਸ ਤੋਂ ਡਰ ਨਹੀਂ ਸਕਦੇ, ਤੁਹਾਨੂੰ ਡਰ ਨਹੀਂ ਲੱਗੇਗਾ। ਤੁਹਾਡੇ ਇਹ ਜਿਹੜੇ ਖੌਫ ਦੇ ਬੁੱਤ ਨੇ, ਜਿਹੜੇ ਖਾਨ ਸਾਹਿਬ ਕਹਿੰਦੇ ਨੇ ਤੋੜਦੇ ਹੋ, ਇਸ ਈਮਾਨ ਦੀ ਤਾਕਤ ਨਾਲ ਟੁੱਟਦੇ, ਅਦਰਵਾਈਜ਼ ਨਹੀਂ ਟੁੱਟਦੇ। ਸਹੀ। ਦੂਸਰੀ ਇਹ ਗੱਲ ਹੈ ਕਿ ਜਿਹੜੀ ਮੈਡਮ ਸਾਹਿਬਾਂ ਨੇ, ਉਹਨਾਂ ਦੇ ਵਾਲਦ ਸਾਹਿਬ ਦੀ ਇੱਕ ਹਿਸਟਰੀ ਹੈ। ਉਹ ਵਾਲਦ ਸਾਹਿਬ ਜਿਹੜੇ ਨੇ ਨਾ, ਉਹਨਾਂ ਦੇ ਇੱਕ ਮਕਬੂਲ ਤਰੀਨ ਕਿਸਮ ਦੇ ਸਰਟੀਫਾਈਡ ਕਿਸਮ ਦੇ ਚੋਰ ਰਹੇ ਨੇ, ਜਿਨ੍ਹਾਂ ਦੇ ਉੱਤੇ ਕੋਈ ਕੇਸ ਹੁੰਦਾ ਸੀ ਤੇ ਉਹਨਾਂ ਦੇ ਪਲੇਟਲੈਟਸ ਘੱਟ ਹੋ ਜਾਂਦੇ ਸੀ, ਉਹਨਾਂ ਵਾਸਤੇ ਵੀਲ ਚੇਅਰ ਵੀ ਆ ਜਾਂਦੀ ਸੀ, ਡਾਕਟਰ ਵੀ ਆ ਜਾਂਦੇ ਸੀ, ਤੇ ਆਪਣੇ ਆਪ ਨੂੰ ਸ਼ੇਰ ਕਹਿੰਦੇ ਨੇ। ਤੇ ਕਦੀ ਅਸਲ ਵਿੱਚ ਕਿਸੇ ਨੇ ਸ਼ੇਰ ਵੇਖਣਾ ਹੋਵੇ ਨਾ ਤੇ ਵਾਲਦ ਨੂੰ ਪੁੱਛਣਾ, ਕਦੀ ਅਸਲ ਵਿੱਚ ਸ਼ੇਰ ਵੇਖਣਾ ਹੋਵੇ ਤੇ ਮੁਰਸ਼ਦ ਚੌਕ ਤੋਂ ਟੱਪੇ ਤੇ ਜ਼ਮਾਨ ਪਾਰਕ ਦੇ ਵਿੱਚ ਬੈਠਾ, ਇਹ ਉਹਨੂੰ ਮਿਲੇਗਾ, ਇਹ ਉਹਨੂੰ ਦੱਸੇਗਾ ਕਿ ਮੁਲਕ ਦੀ ਵਫਾ ਕੀ ਹੁੰਦੀ ਹੈ ਤੇ ਤੰਦੂਰ ਕੀ ਹੁੰਦਾ। ਮਰੀਮ ਨਵਾਜ਼ ਸੇ ਕਹਿੰਦੀ ਹੈ ਜੀ ਇਮਰਾਨ ਖਾਨ ਡਰਪੋਕ ਹੈ, ਜ਼ਮਾਨ ਪਾਰਕ 'ਚ ਬੈਠਾ ਹੋਇਆ, ਮੇਰਾ ਪਿਓ ਲੀਡਰ ਹੈ, ਸ਼ੇਰ ਹੈ ਜਿਹੜਾ ਲੰਡਨ 'ਚ ਬੈਠਾ ਹੋਇਆ, ਇਹਦੇ ਮੁਤਲਕ ਕੀ ਹੈ? ਬਿਲਕੁਲ ਭਾਈਜਾਨ, ਸ਼ੇਰ ਸ਼ੇਰ ਹੀ ਹੁੰਦਾ, ਉਹ ਭਾਵੇਂ ਲੰਡਨ 'ਚ ਬੈਠਾ ਹੋਵੇ ਤੇ ਭਾਵੇਂ ਪਾਕਿਸਤਾਨ 'ਚ ਬੈਠਾ ਹੋਵੇ। ਲੰਡਨ ਬਹਿ ਕੇ ਸ਼ੇਰ ਨਹੀਂ ਬਣਿਆ ਜਾਂਦਾ। ਸ਼ੇਰ ਜਿਹੜਾ ਗਲਤ ਹੋਵੇ, ਮੈਨੂੰ ਇੱਕ ਗੱਲ ਦੱਸੋ, ਮਰੀਮ ਨੂੰ ਪੁੱਛਣ ਵਾਲੀ ਉਹਦੀ ਪਾਰਟੀ 'ਚ ਵੀ ਕੋਈ ਅੱਜ ਤੱਕ ਜਾਹਲ ਤਰੀਨ ਆਦਮੀ ਪੈਦਾ ਹੀ ਨਹੀਂ ਹੋਇਆ। ਅਕਲ ਵਾਲਾ ਤਾਂ ਮੈਂ ਕਹਿ ਨਹੀਂ ਨਾ ਸਕਦਾ, ਜਾਹਲ ਤਰੀਨ, ਕਿ ਤੁਸੀਂ ਜਾਹਲ ਵੀ ਬਣਨਾ ਤੇ ਉਹਦੇ 'ਚ ਤਾਂ ਤਰੀਨ ਬਣ ਜਾਓ। ਇੰਨਾ ਹੀ ਪੁੱਛ ਲਓ ਕਿ ਮਰੀਮ ਸਾਹਿਬਾ ਇੱਕ ਅਨਪੜ੍ਹ ਜਿਹਾ ਸਵਾਲ ਹੈ ਕਿ ਜਿਹੜੇ ਸੱਚੇ ਹੁੰਦੇ ਨੇ ਉਹ ਕਦੀ ਘਰ ਛੱਡ ਕੇ ਨੱਠੇ ਨੇ ਤਾਲੇ ਲਾ ਕੇ? ਅਨਪੜ੍ਹ ਜਿਹਾ ਪੁੱਛ ਲਓ ਬਈ ਜਿਹੜਾ ਨੱਠ ਗਿਆ ਇਸ ਮੁਲਕ ਨੂੰ ਛੱਡ ਕੇ, ਇਸ ਕੌਮ ਨੂੰ ਛੱਡ ਕੇ, ਤੇ ਸਦਾ ਨੱਠਦਾ ਰਿਹਾ, ਜਿਹਦੇ ਬੱਚੇ ਬਾਹਰ, ਜਿਹਦੀ ਔਲਾਦਾਂ ਬਾਹਰ, ਜਿਹਦੀਆਂ ਈਦਾਂ ਬਾਹਰ, ਜਿਹਦੀਆਂ ਜਾਇਦਾਦਾਂ ਬਾਹਰ, ਜਿਹਦਾ ਸਭ ਕੁਝ ਬਾਹਰ ਪਿਆ, ਇਸ ਮੁਲਕ 'ਚ ਉਹਦਾ ਪਿਆ ਹੀ ਕੁਛ ਨਹੀਂ ਸਿਵਾਏ ਮਫਾਦਾਤ ਤੋਂ, ਜ਼ਾਤ ਤੋਂ, ਤੇ ਉਸ ਤਜੋਰੀਆਂ ਤੋਂ ਜਿਹੜੀਆਂ ਆਪਣੀ ਔਲਾਦ ਵਾਸਤੇ ਉਹ ਭਰਨਾ ਚਾਹ ਰਿਹਾ ਸੀ ਤੇ ਜਿਹੜਾ ਭਰਦਾ ਆਇਆ। ਇਹ ਉਹ ਦਲੇਰ ਆਦਮੀ ਹੈ, ਉਹ ਦਲੇਰ ਆਦਮੀ ਹੈ। ਇਹ ਦੱਸੋ ਕਿ ਮਰੀਮ ਨਵਾਜ਼ ਇਸ ਟਾਈਮ ਆਪ ਤੇ ਲੀਡਰ ਬਣ ਚੁੱਕੀ ਹੈ ਨੂੰ ਪਟਵਾਰੀਆਂ ਦੀ, ਉਹਨਾਂ ਦਾ ਪੁੱਤਰ ਵੀ ਅੱਗੇ ਲੀਡਰ ਬਣਨ ਦੀ ਕੋਸ਼ਿਸ਼ ਕਰ ਰਿਹਾ, ਜੁਨੇਦ ਸਫਦਰ। ਤੇ ਇਹ ਕੀ ਜਿਹੜੇ ਖਵਾਜਾ ਪਾਰਟੀ ਦੇ ਵਿੱਚ ਫਿਰਨ ਦੇ ਨੇ, ਖਵਾਜਾ ਸਰਾ ਟਾਈਪ ਖਵਾਜਾ ਜਿਹੜੇ ਨੇ, ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਪਾਰਟੀ ਦੇ ਵਿੱਚ ਉਹਨਾਂ ਦੀ? ਸਰ ਪਤਾ ਕੀ ਗੱਲ ਹੈ, ਅੱਲਾ ਦਾ ਸ਼ੁਕਰ ਹੈ ਕਿ ਸ਼ੁਕਰ ਅਦਾ ਕਰੋ ਕਿ ਪਾਰਟੀਆਂ ਦੇ ਵਿੱਚ ਹੁਣ ਐਲੀਟ ਕਲਾਸ ਵੀ ਜਿਹੜੇ ਨੇ ਨਾ ਉਹ ਬਿਜ਼ਤ ਹੋ ਰਹੇ ਨੇ। ਇਹ ਰੀਤ ਵੀ ਖਾਨ ਸਾਹਿਬ ਨੇ ਦਿੱਤੀ, ਇਹ ਸ਼ਾਊਰ ਵੀ ਖਾਨ ਸਾਹਿਬ ਨੇ ਦੱਸਿਆ। ਅੱਗੇ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਪਾਰਟੀ ਦੇ ਵਿੱਚ ਕਿਹੜਾ ਬੰਦਾ ਬਿਜ਼ਤ ਹੋ ਰਿਹਾ ਤੇ ਕਿਹਨੂੰ ਇੱਜ਼ਤ ਮਿਲ ਰਹੀ ਹੈ, ਕਿਉਂਕਿ ਇੱਧਰ ਨੂੰ ਨਜ਼ਰ ਹੀ ਨਹੀਂ ਸੀ ਹੁੰਦੀ, ਅੱਖਾਂ ਤੇ ਪੱਟੀਆਂ ਸੀ, ਉਹ ਬੰਨੀਆਂ ਹੋਈਆਂ ਸੀ, ਚਲੋ ਟੁਰੀ ਜਾਓ ਡੰਗਰਾਂ ਤਰ੍ਹਾਂ, ਬੇਵਕੂਫਾਂ ਤਰ੍ਹਾਂ, ਜਾਨਵਰਾਂ ਤਰ੍ਹਾਂ, ਪਤਾ ਹੀ ਨਹੀਂ ਵੀ ਕਰਨ ਕੀ ਆਏ ਦੁਨੀਆ ਦੇ ਉੱਤੇ, ਮਕਸਦ ਕੀ ਹੈ, ਬਗੈਰ ਮਕਸਦ ਤੋਂ ਆਏ हैं, ਸਿਰਫ ਖੇਡਣ ਕੂਦਣ ਤੇ ਚਵਲਾ ਮਾਰਨ ਆਏ हैं, ਜਾਂ ਬੈਠਕਾਂ 'ਚ ਬਹਿ ਕੇ ਸਿਰਫ ਕੋਈ ਸ਼ੁਗਲ ਮੇਲਾ ਕਰਨ ਆਏ, ਜਾਂ ਜ਼ਿੰਦਗੀ 'ਚ ਕੋਈ ਮਕਸਦ ਹੈ? ਇਹ ਜਿਹੜਾ ਅਸ਼ਰਫ ਅਲ ਮਖਲੂਕਾਤ ਬਣਾਇਆ ਹੈ ਕਿਹਨੇ ਦੱਸਿਆ ਸਾਨੂੰ? ਬਿਲਕੁਲ ਐਸੇ ਤਰ੍ਹਾਂ 15 ਸਾਲ ਤੋਂ ਮੈਂ ਉਹਦੇ ਕੋਲ ਇਹੀ ਅਲਫਾਜ਼ ਸੁਣ ਰਿਹਾ, 15 ਸਾਲ ਤੋਂ। ਪਿੱਛੇ ਦਾ ਮੈਨੂੰ ਨਹੀਂ ਪਤਾ ਤੇ ਅੱਗੇ ਦਾ ਮੈਨੂੰ ਨਹੀਂ ਪਤਾ, ਅੱਜ ਦੀ ਡੇਟ ਤੱਕ ਮੈਂ ਉਹਦੇ ਕੋਲ ਇਹੀ ਅਲਫਾਜ਼ ਸੁਣ ਰਿਹਾ ਕਿ ਤੁਸੀਂ ਡਟਣਾ ਹੈ, ਖਲੋਣਾ ਹੈ, ਲੜਨਾ ਹੈ, ਲੜ ਕੇ ਹੱਕ ਮਿਲਦੇ ਨੇ, ਲੜੇ ਬਗੈਰ ਹੱਕ ਨਹੀਂ ਮਿਲਦੇ।
ਤੇ ਇੰਜ ਨੱਠ ਕੇ ਹੱਕ ਨਹੀਂ ਮਿਲਦੇ ਜਿਵੇਂ ਇਹਨਾਂ ਦੇ ਅੱਬੂ ਨੱਠ ਗਏ ਨੇ ਨਾ, ਜਿਨ੍ਹਾਂ ਨੂੰ ਅੱਜ ਤੱਕ ਡਾਕਟਰ ਹੀ ਨਹੀਂ ਲੱਭ ਰਿਹਾ। ਇਹ ਖਬੀਸ ਲੋਕ ਨੇ, ਇਹਨਾਂ ਦੇ ਅੰਦਰ ਤੁਸੀਂ ਇਹ ਅੰਦਾਜ਼ਾ ਲਾਓ, ਇਹਨਾਂ ਦੇ ਅੰਦਰ ਜਿਹੜਾ ਜ਼ਮੀਰ ਹੈ ਨਾ ਉਹ ਇਸ ਕਦਰ ਮਰ ਗਿਆ ਹੈ। ਮੈਂ ਆਪਣੀ ਕੌਮ ਨੂੰ ਦੱਸਣਾ ਚਾਹੁੰਦਾ, ਇਹਨਾਂ ਦਾ ਜ਼ਮੀਰ ਇਸ ਕਦਰ ਮਰ ਗਿਆ, ਇਸ ਕਦਰ ਮਰ ਗਿਆ ਕਿ ਤੁਸੀਂ ਇੱਕ ਸੋਚੋ ਕਿ ਦੀਨ ਵੀ ਹੈ ਇਹਨਾਂ ਲੋਕਾਂ ਕੋਲ, ਇੰਨਾ ਰੁਪਈਆ ਹੈ ਕਿ ਜਿਹੜਾ ਮਿਡਲ ਕਲਾਸ ਤਬਕਾ, ਜਿਹੜਾ ਉਸ ਤੋਂ ਵੀ ਇੱਕ ਥੱਲੇ ਤਬਕਾ ਹੈ, ਜਿਹੜਾ ਭੁੱਖ ਤੋਂ ਮਰ ਰਿਹਾ, ਜਿਹੜਾ ਲਾਈਨਾਂ 'ਚ ਆਟਾ ਲੈ ਕੇ ਖਾ ਰਿਹਾ ਹੈ, ਜਿਹੜੀ ਮਾਂ ਭੈਣ ਦੇ ਸਿਰ ਤੋਂ ਦੁਪੱਟਾ ਖੋਇਆ ਜਾ ਰਿਹਾ ਹੈ, ਇਹ ਉਹਨਾਂ ਨੂੰ ਘਰ-ਘਰ ਰਿਸਕ ਵੀ ਦੇ ਸਕਦੇ ਸੀ ਜਿਵੇਂ ਇਮਰਾਨ ਖਾਨ ਨੇ ਦਿੱਤਾ ਸੀ। ਉਸ ਟਾਈਮ ਤੱਕ ਕਰੋਨਾ ਦੇ ਵਿੱਚ ਹਾਲਾਤ ਬੜੇ ਟਾਈਟ ਸੀ, ਉਹ ਫੇਰ ਦਿੰਦਾ ਰਿਹਾ, ਲੇਕਿਨ ਤੁਹਾਡੇ ਕੋਲ ਨਹੀਂ ਦਿੱਤਾ ਜਾ ਰਿਹਾ। ਤੁਹਾਡੇ ਜ਼ਮੀਰ ਮਰ ਗਏ ਨੇ, ਤੁਸੀਂ ਲਾ ਇਲਾਹ ਦਾ ਫਲਸਫਾ ਹੀ ਨਹੀਂ ਪੜ੍ਹਿਆ, ਤੁਸੀਂ ਲਾ ਇਲਾਹ ਦੀ ਬੁਨਿਆਦ ਹੀ ਨਹੀਂ ਪੜ੍ਹੀ, ਤੁਸੀਂ ਸਾਰੇ ਰਲ ਕੇ ਇਮਰਾਨ ਖਾਨ ਦੀ ਨਫ਼ਰਤ ਵਿੱਚ ਕੌਮ ਮਾਰਨ ਨਿਕਲੇ ਹੋ ਤੇ ਮੁਲਕ ਦਾ ਆਇਨ ਤਬਾਹ ਕਰਨ ਨਿਕਲੇ ਨੇ ਲੋਕ। ਅਗਰ ਤੁਸੀਂ ਇਹ ਕੌਮ ਜਿਹੜੀ ਹੈ ਜਿਹਨੂੰ ਇਮਰਾਨ ਖਾਨ ਨੇ ਬਣਾਇਆ ਹੈ, ਅਗਰ ਕੌਮ ਅੱਜ ਵੀ ਘਰ ਬੈਠੀ ਰਵੇ ਤੇ ਫਿਰ ਕੌਮ ਦੀ ਆਪਣਾ ਕਸੂਰ ਹੈ। ਇਮਰਾਨ ਖਾਨ ਨੇ ਜਾਗੀਰ ਨਹੀਂ ਲਈ ਪਾਕਿਸਤਾਨ, ਇਹ ਉਹਦਾ ਆਈਡੀ ਕਾਰਡ ਇੱਥੇ ਪਾਕਿਸਤਾਨ ਦਾ ਬਣ ਗਿਆ ਤੇ ਉਹਦਾ ਕਸੂਰ ਨਹੀਂ। ਬੱਚੇ ਛੱਡਤੇ, ਬੀਵੀ ਵਫਾ ਲਈ ਛੱਡ ਦਿੱਤੀ, ਪਤਾ ਨਹੀਂ ਕੀ ਕੀ ਉਹਨੇ ਛੱਡ ਦਿੱਤਾ। ਸਾਡੇ ਮੁਲਕ ਦੇ 27 ਸਾਲਾਂ 'ਚ ਕੀ ਕੀ ਕੁਰਬਾਨੀਆਂ ਦਿੱਤੀਆਂ ਨੇ। ਅੱਜ ਉਹ ਅਗਰ ਇੱਥੇ ਬੈਠਾ ਹੈ ਤੇ ਕਿਸ ਵਾਸਤੇ ਬੈਠਾ? ਸਾਡੀਆਂ ਔਲਾਦਾਂ ਵਾਸਤੇ, ਤੁਹਾਡੇ ਵਾਸਤੇ ਬੈਠਾ, ਮੇਰੇ ਵਾਸਤੇ ਬੈਠਾ, ਮੇਰੇ ਪਾਕਿਸਤਾਨ ਵਾਸਤੇ ਬੈਠਾ, ਮੇਰੇ ਬੱਚਿਆਂ ਦੇ ਪਾਕਿਸਤਾਨ ਵਾਸਤੇ ਬੈਠਾ। ਤੁਸੀਂ ਸਮਝ ਹੀ ਨਹੀਂ ਰਹੇ, ਘਰ ਬੈਠੇ ਤਾਲੀਆਂ ਤੇ ਪਤਾ ਨਹੀਂ ਕੀ ਕੀ ਤੁਸੀਂ ਇਮਰਾਨ ਖਾਨ ਦਾ ਸ਼ੇਅਰ ਕਰ ਰਹੇ ਹੋ। ਬਾਹਰ ਪਤਾ ਨਹੀਂ ਕਿਸ ਦਿਨ ਨਿਕਲਣਾ। ਹੁਣ ਖਾਨ ਨਿਕਲੇਗਾ ਫਿਰ ਨਿਕਲੋਗੇ ਤੇ ਖਾਨ ਸਮਝਾ ਸਕਦਾ ਨਿਕਲ ਕੇ ਗੋਲੀਆਂ ਖਾ ਲੀਆਂ ਨੇ, ਹੁਣ ਮਿਹਰਬਾਨੀ ਕਰੋ ਅਸੀਂ ਤਾਂ ਨਹੀਂ ਕੱਢਣ ਤੁਰੇ, ਨਿਕਲਾਂਗੇ ਤੇ ਅਸੀਂ ਆਪ ਨਿਕਲਾਂਗੇ, ਜੇ ਤੁਸੀਂ ਨਹੀਂ ਨਿਕਲਣਾ ਅਸੀਂ ਨਿਕਲਾਂਗੇ। ਅੱਛਾ, 14 ਮਈ ਨੂੰ ਅਗਰ ਇਲੈਕਸ਼ਨ ਹੋ ਜਾਂਦੇ ਨੇ ਤੇ ਮਰੀਮ ਨਵਾਜ਼ ਦਾ ਇੰਤਖਾਬੀ ਨਿਸ਼ਾਨ ਤੰਦੂਰ ਮਿਲ ਗਿਆ, ਚਾਚੇ ਨੇ ਉਹਦੇ ਨੇ ਆਟਾ ਮੁਫਤ 'ਚ ਵੰਡਿਆ, ਜਿਸ ਤਰ੍ਹਾਂ ਦਾ ਵੀ ਵੰਡਿਆ, ਭਾਵੇਂ 40-50 ਮਾਰ ਦਿੱਤੇ ਨੇ ਆਵਾਮ, ਗਰੀਬ ਆਵਾਮ 40-50 ਮਾਰ ਦਿੱਤੀ ਹੈ, ਮਗਰ ਉਹਨੂੰ ਤੰਦੂਰ ਦਾ ਇੰਤਖਾਬੀ ਨਿਸ਼ਾਨ ਦਿੱਤਾ ਹੈ। ਕੀ ਇਹ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਹੈਗਾ ਸੀ ਇਹ ਕਿਤੇ PTI ਦਾ ਤਾਂ ਨਹੀਂ? ਉਹ ਭਾਈਜਾਨ PTI ਦਾ ਨਹੀਂ, ਮੁਕੱਦਰ ਰਹੇ ਹੋਣ ਨਾ, ਜਦੋਂ ਮੁਕੱਦਰ ਹਰ ਜਾਣ। ਇਹ ਸੱਚ 'ਚ ਤੰਦੂਰ ਨਿਕਲਿਆ ਨਾ, ਤੰਦੂਰ ਸੱਚ 'ਚ ਨਿਕਲਿਆ, ਝੂਠ ਤਾਂ ਨਹੀਂ ਨਾ। ਨਹੀਂ, ਨਿਸ਼ਾਨ ਆ ਗਿਆ ਮਰੀਮ ਨਵਾਜ਼ ਦਾ ਤੰਦੂਰ, ਲੋਕਾਂ ਨੇ ਵੇਖ ਲਿਆ। ਅੱਛਾ, ਜਦੋਂ ਹੁਣ ਵੇਖ ਲਿਆ ਤੇ ਮੈਂ ਤਾਂ ਨਹੀਂ ਕੀਤਾ ਤੇ ਨਾ ਕਿਸੇ ਉਹ ਪ੍ਰੈਜ਼ਾਈਡਿੰਗ ਆਫੀਸਰ ਨੇ ਕੀਤਾ, ਨਾ ਤੁਸੀਂ ਕੀਤਾ, ਇਹ ਫਿਰ ਅੱਲਾ ਵੱਲੋਂ ਹੋਇਆ ਤੇ ਲਾਨਤਾਂ ਪੈ ਰਹੀਆਂ ਨੇ। ਤੇ ਸਮਝ ਜਾਓ ਬਈ ਤੁਹਾਡਾ ਪਿਓ ਚਾਚਾ ਜਿਹੜਾ ਕੱਪੜੇ ਵੇਚ ਕੇ ਜਿਹੜਾ ਆਟਾ ਲੈਣ ਚੱਲਾ ਸੀ, ਉਹ ਤੰਦੂਰ ਅੱਜ ਵੀ ਖਾਲੀ ਪਿਆ ਤੇ ਤੁਹਾਨੂੰ ਹੀ ਲੱਭਾ ਅੱਲਾ ਵੱਲੋਂ ਕਿ ਉਹਦੇ 'ਚ ਰੋਟੀ ਨਹੀਂ ਪੱਕ ਰਹੀ, ਉਹਦੇ ਵਿੱਚ ਗਰੀਬ ਖਾ ਨਹੀਂ ਰਿਹਾ। ਜਿਹੜੇ ਡਰਾਮੇ ਤੁਸੀਂ ਕਰ ਰਹੇ ਹੋ, ਉਹ ਤੰਦੂਰ ਦਾ ਮਤਲਬ ਇਹ ਹੈ ਕਿ ਚੁੱਲ੍ਹੇ ਖਾਲੀ ਨੇ। ਮਾਂ ਝੂਠ ਬੋਲ ਰਹੀ ਹੈ ਆਪਣੇ ਬੱਚਿਆਂ ਨਾਲ ਕਿ ਜਨਾਬ ਪਿਓ ਤੁਹਾਡਾ ਆਟਾ ਲੈਣ ਗਿਆ, ਲੈਣ 'ਚ ਲੱਗਾ, ਤੰਦੂਰ ਖਾਲੀ ਹੈ, ਇਹਨਾਂ ਦੇ ਅੰਦਰ ਵੀ ਖਾਲੀ ਨੇ। ਇਹ ਸਿਰਫ ਬਾਹਰੋਂ ਨਸ਼ੋਨੁਮਾ ਜਿਵੇਂ ਸਰਜਰੀ ਹੈ, ਉਸੇ ਤਰ੍ਹਾਂ ਇਹਨਾਂ ਦਾ ਬਾਹਰ सियासत है, अंदर नहीं है, इबादत नहीं है। जी, मुर्शद चौक पे मैं इस वक्त मुर्शद चौक के जो मुर्शद हैं उसके मुरीद के पास बैठा हुआ हूँ और उनसे इंटरव्यू ले रहा हूँ। ये इंटरव्यू इनके बहुत ज़्यादा चले हैं, इसीलिए मैंने आज अपना व्लॉग बनाया अपने भाई के साथ। मैं भाई का नाम जो है वो सिर्फ पूछना चाहूँगा आखिर में कि भाई अपना नाम पूरा बता दें। मेरा नाम जी फारूक जमील गुजर है, ज़िला जंग से मेरा ताल्लुक़ है। तो इधर आप लाहौर में कहीं रह रहे हैं कि जंग से इधर आए हुए हैं? ना, मैं जंग से इधर आया हुआ हूँ और लाहौर में पहले तो बड़ा तंदुरुस्त रहा हूँ को 1.5-2 माह, और फिर रोज़ों में बीमार हो गया तो अब मैंने थोड़ा सा शेड्यूल चेंज किया और रेस्ट का प्रोग्राम बनाया है कि रात को सुबह दोपहर को 2-3 बजे आ जाता हूँ, शाम को सुबह फिर जाता हूँ 6-7 बजे और 5-6 घंटे सोकर फिर मैं आ जाता हूँ। जी शुक्रिया, अस्सलाम वालेकुम जी।